ਹੈਲੋ ਡੀਅਰ ਸਟੂਡੈਂਟਸ, ਹਾਊ ਆਰ ਯੂ? ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਯੂਨਿਟ 7, ਯੂਨਿਟ 8 ਐਂਡ ਯੂਨਿਟ 9 ਦੀ। ਜੋ ਤੁਹਾਡਾ ਫਿਜ਼ਿਕਸ ਦਾ ਪੇਪਰ ਹੋ ਰਿਹਾ ਹੈ ਮਾਰਚ 2023 ਦਾ, ਉਹਦੇ ਵਿੱਚ ਕਿਸ ਤਰ੍ਹਾਂ ਦੇ ਕੁਐਸਚਨ ਪੁੱਛੇ ਜਾ ਸਕਦੇ ਆ ਜਾਂ ਉਹਦੇ ਲਈ ਮੋਸਟ ਇੰਪੋਰਟੈਂਟ ਕੁਐਸਚਨਸ ਕਿਹੜੇ ਆ। ਤਾਂ ਯੂਨਿਟ 7 ਦੇ ਵਿੱਚੋਂ ਦੇਖੋ ਤੁਹਾਨੂੰ ਟੋਟਲ 5 ਮਾਰਕਸ ਦਾ ਪੇਪਰ ਜਿਹੜਾ ਉਹ ਪੁੱਛਿਆ ਜਾਣਾ, ਠੀਕ ਹੈ, ਜਿਹਦੇ ਵਿੱਚ 3 ਕੁਐਸਚਨਸ ਜਿਹੜੇ ਆ ਉਹ MCQs ਜਾਂ ਟਰੂ ਫਾਲਸ ਦੀ ਫਾਰਮ 'ਚ ਹੋ ਸਕਦੇ ਆ ਇੱਕ ਨੰਬਰ ਲਈ, ਤੇ ਇੱਕ ਕੁਐਸਚਨ 2 ਮਾਰਕਸ ਦਾ ਆਏਗਾ ਜੋ ਥਿਊਰੀ ਜਾਂ ਨੂਮੈਰੀਕਲ ਦੇ ਵਿੱਚ ਆਪਸ਼ਨ ਹੋਏਗੀ। ਤਾਂ ਸਭ ਤੋਂ ਪਹਿਲਾਂ ਤਾਂ ਮੋਸਟ ਇੰਪੋਰਟੈਂਟ ਕੁਐਸਚਨ ਹੈ ਜੀ, ਸਾਡੇ ਕੋਲੇ 2 ਡੈਫੀਨੇਸ਼ਨਸ ਹੈ। ਇੱਕ ਤਾਂ ਵਰਕ ਫੰਕਸ਼ਨ ਦੀ ਡੈਫੀਨੇਸ਼ਨ ਹੈ ਜਿਹੜੀ ਮੋਸਟ ਇੰਪੋਰਟੈਂਟ ਹੈ, ਤੇ ਇੱਕ ਥ੍ਰੈਸ਼ਹੋਲਡ ਫ੍ਰੀਕੁਐਂਸੀ ਦੀ ਡੈਫੀਨੇਸ਼ਨ ਹੈ ਜੀ, ਇਹ ਵੀ ਬਹੁਤ ਇੰਪੋਰਟੈਂਟ ਹੈ, ਠੀਕ ਹੈ ਜੀ। ਉਸ ਤੋਂ ਅੱਗੇ ਜੀ ਰੈਸਟ ਮਾਸ ਆਫ ਫੋਟੋਨ, ਇਹ ਕੁਐਸਚਨ ਜਿਹੜਾ MCQ ਦੇ ਵਿੱਚ ਮੋਸਟ ਇੰਪੋਰਟੈਂਟ ਹੈ। ਤਾਂ ਇਸ ਕੁਐਸਚਨ ਨੂੰ ਤੁਸੀਂ ਕਰਨਾ ਹੈ ਜੀ, ਰੈਸਟ ਮਾਸ ਸਾਨੂੰ ਪਤਾ ਹੈ ਜੀ 0 ਹੁੰਦਾ ਹੈ ਜੀ, ਠੀਕ ਹੈ। ਉਸ ਤੋਂ ਬਾਅਦ ਇੱਕ ਕੁਐਸਚਨ ਪੁੱਛਿਆ ਜਾਂਦਾ ਜੀ ਜਿਹੜਾ ਇਹਦੇ ਵਿੱਚ ਰਿਪੀਟ ਹੋ ਰਿਹਾ ਵਾਰ-ਵਾਰ ਕਿ ਇੱਕ ਇਲੈਕਟ੍ਰੋਨ ਨੂੰ ਐਕਸਲਰੇਟ ਕਰ ਰਹੇ ਹੈ ਜੀ, ਇਲੈਕਟ੍ਰੋਨ ਬੀਮ ਐਕਸਲਰੇਟ ਹੋ ਰਹੀ ਹੈ ਕੁਝ ਪੋਟੈਂਸ਼ੀਅਲ ਡਿਫਰੈਂਸ ਤੇ, ਜਿਵੇਂ ਤੇ 25 ਵੋਲਟ ਦੇਦਾ, ਠੀਕ ਹੈ, ਜਾਂ 20 ਵੋਲਟ ਹੀ ਦੇ ਦਿੰਦੇ ਦੇਖੋ ਇਹਦੇ ਵਿੱਚ ਫਿਰ ਉਹ। ਤਾਂ ਤੁਸੀਂ ਯਾਦ ਰੱਖਣਾ ਹੈ ਕਿ ਉਹਦੇ ਨਾਲ ਡੀ ਬਰੋਗਲੇ ਵੇਵਲੈਂਥ ਕਿੰਨੀ ਐਸੋਸੀਏਟਡ ਹੁੰਦੀ ਹੈ, ਠੀਕ ਹੈ। ਤਾਂ ਡੀ ਬਰੋਗਲੇ ਵੇਵਲੈਂਥ ਦਾ ਫਾਰਮੂਲਾ ਹੁੰਦਾ ਲੈਮਡਾ ਇਜ਼ ਇਕੁਅਲ ਟੂ h/2mEv, ਜਿੱਥੇ v ਪੋਟੈਂਸ਼ੀਅਲ ਡਿਫਰੈਂਸ ਹੈ, ਠੀਕ ਹੈ। ਜਾਂ ਇਹਨੂੰ ਸੋਲਵ ਕਰਕੇ ਆਂਦਾ ਹੈ ਜੀ 12.27 ਬਟੇ ਰੂਟ v ਔਂਗਸਟ੍ਰੋਮ ਦੇ ਵਿੱਚ ਇਹ ਫਾਰਮੂਲਾ ਆਉਂਦਾ ਕਿ ਤੁਸੀਂ v ਦੀ ਵੈਲਿਊ ਜਿਹੜੀ ਇੱਥੇ 25 ਪੁੱਟ ਕਰ ਦੇਣੀ ਹੈ, 25 ਦਾ ਰੂਟ ਜਿਹੜਾ 5 ਹੋ ਜਾਏਗਾ ਤੇ ਸੋਲਵ ਕਰ ਲੈਣੀ ਹੈ ਲੈਮਡਾ ਦੀ ਵੈਲਿਊ। ਤਾਂ ਇਹ ਫਾਰਮੂਲਾ ਹੈ ਜੀ। ਜਾਂ ਦੇਖੋ ਜਿਵੇਂ ਕੁਐਸਚਨ ਨੰਬਰ 5 ਦੇ ਵਿੱਚ ਡਾਇਰੈਕਟ ਫਾਰਮੂਲਾ ਹੀ ਪੁੱਛਿਆ ਗਿਆ। ਇੱਕ ਇਲੈਕਟ੍ਰੋਨ ਹੈ ਜੀ, ਕਹਿੰਦਾ ਮਾਸ m ਦਾ, ਜਿਹੜਾ ਕਿ ਜਿਸ ਦਾ ਚਾਰਜ E ਹੈ, ਉਸਨੂੰ ਅਸੀਂ ਐਕਸਲਰੇਟ ਕੀਤਾ ਥਰੂ ਦਾ ਪੋਟੈਂਸ਼ੀਅਲ ਡਿਫਰੈਂਸ v। ਤਾਂ ਫਾਈਨਲ ਵੈਲੋਸਿਟੀ ਉਸ ਦੀ ਕਿੰਨੀ ਹੋਏਗੀ? ਤਾਂ ਹੁਣ ਉਹ ਵੈਲੋਸਿਟੀ ਪੁੱਛ ਰਿਹਾ, 1/2 mv² ਉਸ ਦੀ ਕਾਈਨੈਟਿਕ એનર્ਜੀ ਹੋ ਜਾਏਗੀ। ਤੇ ਕਾਈਨੈਟਿਕ એનર્ਜੀ ਉਹਨੇ ਕਿੱਥੋਂ ਗੇਨ ਕੀਤੀ? ਉਹਨੇ ਗੇਨ ਕੀਤੀ ਜੀ ਜੋ ਪੋਟੈਂਸ਼ੀਅਲ ਡਿਫਰੈਂਸ ਦੇ ਵਿੱਚ ਉਸਨੂੰ ਐਕਸਲਰੇਟ ਕੀਤਾ, ਤਾਂ ਉਸ ਦੀ ਇੰਨੀ એનર્ਜੀ ਹੁੰਦੀ ਹੈ, ਠੀਕ ਹੈ। ਤਾਂ v² ਕਿੰਨਾ ਹੋ ਜਾਏਗਾ? v² ਹੋ ਜਾਏਗਾ ਜੀ 2ev/m, ਤੇ ਜਦੋਂ ਇਧਰੋਂ ਹਟਾਓਗੇ ਜੀ ਸਕੁਆਇਰ ਤਾਂ ਇਹ ਬਣ ਜਾਏਗਾ ਸਕੁਆਇਰ ਰੂਟ 2ev/m ਇਜ਼ ਦਾ ਸਕੁਆਇਰ ਰੂਟ। The de Broglie wavelength corresponding to mass m and velocity v has the wavelength। ਤਾਂ ਅਸੀਂ wavelength ਕੈਲਕੂਲੇਟ ਕਰਨੀ ਹੈ, ਤਾਂ wavelength ਕਿੰਨੀ ਹੁੰਦੀ ਹੈ ਜੀ? h/mv, ਇਹ ਸਾਨੂੰ ਪਤਾ ਹੀ ਹੈ ਜੀ, ਠੀਕ ਹੈ। ਤਾਂ ਡਾਇਰੈਕਟ ਇਸ ਦਾ ਆਨਸਰ ਹੈ ਜੀ। ਆਹ ਕੁਐਸਚਨ ਮੋਸਟ ਇੰਪੋਰਟੈਂਟ ਹੈ ਜੀ, ਵਿਚ ਫੋਟੋਨ ਇਜ਼ ਮੋਰ એનર્ਜੈਟਿਕ, ਰੈੱਡ ਔਰ ਵਾਇਲਟ, ਠੀਕ ਹੈ। ਤਾਂ એનર્ਜੀ ਜਿਹੜੀ ਹੈ ਉਹਦਾ ਫਾਰਮੂਲਾ ਹੁੰਦਾ hc/ਲੈਮਡਾ, ਤਾਂ ਉਹ ਲੈਮਡਾ ਦੇ ਇਨਵਰਸਲੀ ਪ੍ਰਪੋਰਸ਼ਨਲ ਹੈ। ਤਾਂ ਜਿਸ ਦੀ ਵੇਵਲੈਂਥ ਜ਼ਿਆਦਾ ਹੈ ਉਸ ਦੀ એનર્ਜੀ ਘੱਟ ਹੈ, ਠੀਕ ਹੈ। ਸੋ ਜਿਹੜਾ ਵਾਇਲਟ ਫੋਟੋਨ ਹੈ ਦੈਟ ਇਜ਼ ਮੋਰ એનર્ਜੈਟਿਕ। ਦੇਖੋ ਜੀ ਫਿਰ ਵਰਕ ਫੰਕਸ਼ਨ ਨਾਲ ਰਿਲੇਟਡ ਕੁਐਸਚਨ ਹੈ ਕਿ ਇਟ ਇਜ਼ ਡਿਫਿਕਲਟ ਟੂ ਰਿਮੂਵ ਫ੍ਰੀ ਇਲੈਕਟ੍ਰੋਨ ਫਰੋਮ ਕਾਪਰ ਦੈਨ ਸੋਡੀਅਮ, ਕਿ ਸੋਡੀਅਮ ਦੇ ਵਿੱਚੋਂ ਇਲੈਕਟ੍ਰੋਨ ਰਿਮੂਵ ਕਰਨ ਨਾਲੋਂ ਕਾਪਰ ਦੇ ਵਿੱਚ ਇਲੈਕਟ੍ਰੋਨ ਰਿਮੂਵ ਕਰਨਾ ਡਿਫਿਕਲਟ ਹੈ, ਕਿਉਂਕਿ ਕਾਪਰ ਦਾ ਵਰਕ ਫੰਕਸ਼ਨ ਜ਼ਿਆਦਾ ਹੈ ਜੀ, ਕਾਪਰ ਹੈ ਮੋਰ ਵਰਕ ਫੰਕਸ਼ਨ, ਠੀਕ ਹੈ। 2 ਮਾਰਕਸ ਦੇ ਵਿੱਚ ਜੇ ਕੁਐਸਚਨ ਪੁੱਛਿਆ ਜਾਂਦਾ ਹੈ ਤਾਂ ਫੋਟੋ ਇਲੈਕਟ੍ਰਿਕ ਇਫੈਕਟ ਸਭ ਤੋਂ ਇੰਪੋਰਟੈਂਟ ਹੈ ਜੀ। ਤਾਂ ਫੋਟੋ ਇਲੈਕਟ੍ਰਿਕ ਇਫੈਕਟ ਦੇ ਵਿੱਚ 4 ਪੁਆਇੰਟ ਹੈ, ਠੀਕ ਹੈ, ਜੋ ਉਹਦੀ ਐਕਸਪੈਰੀਮੈਂਟਲ ਐਕਸਪਲੇਨੇਸ਼ਨ ਦੇ ਵਿੱਚ ਆਪਾਂ ਕੀਤੇ ਸੀ। ਤਾਂ ਉਹੀ ਲਾਜ਼ ਆਫ ਫੋਟੋ ਇਲੈਕਟ੍ਰਿਕ ਇਫੈਕਟ ਹੈ, ਠੀਕ ਹੈ। ਤਾਂ ਮੈਂ ਇਹਦੀ ਵੀ ਇੱਕ ਫਾਈਲ ਜਿਹੜੀ ਹੈ PDF ਇਹਦੇ ਵਿੱਚ ਅਟੈਚ ਕਰ ਦੇਵਾਂਗਾ, ਜਾਂ ਜੋ ਲਾਜ਼ ਆਫ ਫੋਟੋ ਇਲੈਕਟ੍ਰਿਕ ਇਫੈਕਟ ਵਾਲਾ ਮੈਂ ਵੀਡੀਓ ਬਣਾਇਆ ਹੋਇਆ ਉਹ ਵੀ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਦੇ ਦੇਵਾਂਗਾ। ਤਾਂ ਲਾਜ਼ ਆਫ ਫੋਟੋ ਇਲੈਕਟ੍ਰਿਕ ਇਫੈਕਟ ਹੀ ਦੇਖੋ ਰਿਪੀਟ ਹੋ ਰਹੇ ਆ ਘੁੰਮ ਫਿਰ ਕੇ, ਕਿਉਂਕਿ ਦੇਖੋ ਹੁਣ ਇਹਦੇ ਵਿੱਚੋਂ 4 ਮਾਰਕਸ ਦਾ ਕੁਐਸਚਨ ਨਹੀਂ ਪੁੱਛਿਆ ਜਾਣਾ, ਪਹਿਲਾਂ ਇਹ 4 ਮਾਰਕਸ ਦੇ ਵਿੱਚ ਪੁੱਛੇ ਜਾਂਦੇ ਸੀ, ਠੀਕ ਹੈ। ਤਾਂ ਹੁਣ 2 ਮਾਰਕਸ ਦਾ ਪੁੱਛਿਆ ਜਾਣਾ ਹੈ, ਤਾਂ ਕੀ ਕਰਨਗੇ ਜੀ, ਤੁਹਾਨੂੰ ਇੱਕ ਅੱਧਾ ਗ੍ਰਾਫ ਜਿਹੜਾ ਹੈ ਉਹ ਪੁੱਛ ਸਕਦੇ ਆ। ਜਿਵੇਂ ਆ ਦੇਖੋ ਕੁਐਸਚਨ ਨੰਬਰ 12 ਦੇ ਵਿੱਚ ਵੀ ਉਹ ਪੁੱਛ ਰਿਹਾ ਕਿ ਐਕਸਪਲੇਨ ਦਾ ਇਫੈਕਟ ਆਫ ਇਨਕਰੀਜ਼ ਆਫ ਫ੍ਰੀਕੁਐਂਸੀ, ਕਿ ਅਸੀਂ ਫ੍ਰੀਕੁਐਂਸੀ ਇਨਕਰੀਜ਼ ਕਰ ਰਹੇ ਹਾਂ, ਇੰਟੈਂਸਿਟੀ ਇਨਕਰੀਜ਼ ਕਰ ਰਹੇ ਹਾਂ, ਤਾਂ ਉਹਨਾਂ ਦਾ ਫੋਟੋ ਇਲੈਕਟ੍ਰਿਕ ਕਰੰਟ ਦੇ ਉੱਪਰ ਕੀ ਇਫੈਕਟ ਹੁੰਦਾ ਹੈ, ਠੀਕ ਹੈ। ਤਾਂ ਇਸ ਤਰ੍ਹਾਂ ਦਾ ਕੁਐਸਚਨ ਜਿਹੜਾ ਹੁਣ ਤੁਹਾਨੂੰ, ਕਿਉਂਕਿ ਇੱਕ ਪਾਰਟ ਪੁੱਛਿਆ ਜਾ ਸਕਦਾ 2 ਮਾਰਕਸ ਦੇ ਵਿੱਚ, ਕਿਉਂਕਿ 2 ਮਾਰਕਸ ਦਾ ਹੀ ਆਣਾ ਹੈ। ਲਾਜ਼ ਆਫ ਫੋਟੋ ਇਲੈਕਟ੍ਰਿਕ ਇਫੈਕਟ ਕਰ ਲਓ ਤੇ ਇਹ ਵੇਰੀਏਸ਼ਨ ਕਰ ਲਓ ਜੀ, 4 ਗ੍ਰਾਫ ਹੈ ਫੋਟੋ ਇਲੈਕਟ੍ਰਿਕ ਇਫੈਕਟ ਦੇ, ਠੀਕ ਹੈ। ਤੇ ਇਹਦੇ ਵਿੱਚੋਂ ਕੁਐਸਚਨ ਆਈ ਥਿੰਕ ਜਿਹੜਾ ਹੈ ਆ ਜਾਏਗਾ, ਠੀਕ ਹੈ ਜੀ। ਜਾਂ ਇੱਕ ਕੁਐਸਚਨ ਪੁੱਛਿਆ ਜਾ ਸਕਦਾ ਹੈ ਕਿ ਡੇਵਿਸਨ ਐਂਡ ਜਰਮਰ ਐਕਸਪੈਰੀਮੈਂਟ ਦਾ ਕਿਸ ਲਈ ਕੀਤਾ ਗਿਆ? ਡੇਵਿਸਨ ਐਂਡ ਜਰਮਰ ਐਕਸਪੈਰੀਮੈਂਟ ਤਾਂ ਉਹ ਵੇਵ ਨੇਚਰ ਆਫ ਇਲੈਕਟ੍ਰੋਨ ਨੂੰ ਪ੍ਰੂਵ ਕਰਨ ਲਈ ਕੀਤਾ ਗਿਆ। ਤਾਂ ਇਹਦੇ ਤੇ ਬੇਸਡ ਵੀ ਇੱਕ MCQ ਹੋ ਸਕਦਾ ਹੈ ਕਿ ਡੇਵਿਸਨ ਐਂਡ ਜਰਮਰ ਐਕਸਪੈਰੀਮੈਂਟ ਦਾ ਪਰਪਸ ਕੀ ਸੀ? ਮੈਟਰ ਦੀ ਵੇਵ ਨੇਚਰ ਨੂੰ ਪ੍ਰੂਵ ਕਰਨ ਲਈ ਇਹ ਕੀਤਾ ਗਿਆ ਸੀ, ਠੀਕ ਹੈ ਜੀ, ਡੇਵਿਸਨ ਐਂਡ ਜਰਮਰ ਐਕਸਪੈਰੀਮੈਂਟ। ਬਾਕੀ ਡਿਟੇਲਸ ਤਾਂ ਆਪਣੇ ਹੁਣ ਸਿਲੇਬਸ ਦੇ ਵਿੱਚ ਹੈ ਹੀ ਨਹੀਂ, ਠੀਕ ਹੈ ਜੀ। ਯੂਨਿਟ 8 ਦੀ ਗੱਲ ਕਰਦੇ ਹਾਂ। ਦੇਖੋ ਪਹਿਲਾਂ ਅਸੀਂ ਇਹਦੇ ਵਿੱਚ ਇਹ ਦੇਖੀਏ ਕਿ ਕਿੰਨੇ ਮਾਰਕਸ ਦਾ ਪੇਪਰ ਪੁੱਛਿਆ ਜਾਣਾ ਹੈ। ਤੇ ਇਹਦੇ ਵਿੱਚ ਟੋਟਲ 7 ਮਾਰਕਸ ਦਾ ਪੇਪਰ ਪੁੱਛਿਆ ਜਾਣਾ ਜੀ, ਕਾਫੀ ਪੇਪਰ ਇਹਦੇ ਵਿੱਚੋਂ ਆਉਣਾ ਹੈ ਜੀ। 2 ਕੁਐਸਚਨ ਜਿਹੜੇ ਆ ਉਹ 1-1 ਨੰਬਰ ਦੇ ਹੈ, ਠੀਕ ਹੈ, ਜਿਹੜੇ MCQ ਜਾਂ ਟਰੂ ਫਾਲਸ ਦੀ ਫਾਰਮ 'ਚ ਹੋ ਸਕਦੇ ਆ। ਇੱਕ 2 ਨੰਬਰ ਦਾ ਥਿਊਰੀ ਵਾਲਾ ਕੁਐਸਚਨ ਹੈ ਤੇ ਇੱਕ 3 ਨੰਬਰ ਦਾ ਜੀ ਥਿਊਰੀ ਵਾਲਾ ਕੁਐਸਚਨ, ਇਹਦਾ ਮਤਲਬ ਨੂਮੈਰੀਕਲ ਤਾਂ ਇਹਦੇ ਵਿੱਚੋਂ ਪੁੱਛਿਆ ਨਹੀਂ ਜਾਣਾ।
ਤਾਂ ਹੁਣ ਜਿਹੜਾ 3 ਮਾਰਕਸ ਵਾਲਾ ਕੁਐਸਚਨ ਹੈ ਜੀ, ਪਹਿਲਾਂ ਅਸੀਂ ਉਹਦੀ ਗੱਲ ਕਰਦੇ ਹਾਂ ਜਿਹੜੇ ਲਾਰਜ ਜਿਹੜੇ ਵੱਡੇ ਕੁਐਸਚਨ ਹੈ। ਤਾਂ ਉਹਦੇ ਵਿੱਚ ਦੇਖੋ ਜੀ, ਸਭ ਤੋਂ ਪਹਿਲਾਂ ਤਾਂ ਬੋਹਰ ਦੀ ਜਿਹੜੀ ਥਿਊਰੀ ਹੈ, ਬੋਹਰ ਦੇ ਜਿਹੜੇ ਪੋਸਟੂਲੇਟ ਆ ਉਹ ਬਹੁਤ ਇੰਪੋਰਟੈਂਟ ਹੈ। ਠੀਕ ਹੈ, ਤਾਂ ਬੋਹਰ ਪੋਸਟੂਲੇਟ ਨੂੰ ਲਾਸਟ ਈਅਰ ਰਿਲੇਟ ਕੀਤਾ ਗਿਆ ਡੀ ਬਰੋਗਲੀ ਰਿਲੇਸ਼ਨ ਨਾਲ, ਤੇ ਇਹ ਵੀ ਟੌਪਿਕ ਅਸੀਂ ਕੀਤਾ ਹੋਇਆ ਹੈ। ਨਿਊਕਲੀਅਰ ਫੋਰਸਸ ਬਹੁਤ ਇੰਪੋਰਟੈਂਟ ਹੈ ਜੀ, ਮੋਸਟ ਇੰਪੋਰਟੈਂਟ ਹੈ ਕਿ ਨਿਊਕਲੀਅਰ ਫੋਰਸਸ ਦੀਆਂ ਪ੍ਰੋਪਰਟੀਜ਼ ਯਾਦ ਕਰਨੀਆਂ। ਠੀਕ ਹੈ, ਨਿਊਕਲੀਅਰ ਫੋਰਸਸ ਆਰ ਚਾਰਜ ਇੰਡੀਪੈਂਡੈਂਟ, ਨਿਊਕਲੀਅਰ ਫੋਰਸਸ ਆਰ ਸਪਿਨ ਡਿਪੈਂਡੈਂਟ, ਨਾਨ ਸੈਂਟਰਲ ਹੁੰਦੀਆਂ, ਨਾਨ ਕੰਜ਼ਰਵੇਟਿਵ ਹੁੰਦੀਆਂ। ਬੋਹਰ ਪੋਸਟੂਲੇਟ ਬਹੁਤ ਇੰਪੋਰਟੈਂਟ ਹੈ ਜੀ, ਤਾਂ ਬੋਹਰ ਪੋਸਟੂਲੇਟ ਤੋਂ ਟੋਟਲ એનર્ਜੀ ਕੈਲਕੂਲੇਟ ਕਰਨੀ। ਦੇਖੋ ਫਿਰ ਨਿਊਕਲੀਅਰ ਫੋਰਸਸ ਨੂੰ ਪੁੱਛਿਆ ਗਿਆ ਹੈ, ਤੇ ਰੇਡੀਓ ਐਕਟਿਵ ਡਿਕੇ ਲਾ ਜਿਹੜਾ ਬਹੁਤ ਇੰਪੋਰਟੈਂਟ ਹੈ ਜੀ। ਠੀਕ ਹੈ, ਤੇ ਰੇਡੀਓ ਐਕਟਿਵ ਡਿਕੇ ਲਾ ਅਸੀਂ ਕੀਤਾ ਸੀਗਾ ਜੀ n ਇਜ਼ ਇਕੁਅਲ ਟੂ n ਨॉट e ਰੇਜ਼ ਟੂ ਪਾਵਰ ਮਾਈਨਸ ਲੈਮਡਾ ਟੀ। ਠੀਕ ਹੈ, ਜਿਹੜਾ ਅਸੀਂ ਫਸਟ ਦੀ ਗੱਲ ਕਰ ਰਹੇ ਸੀ, ਫਸਟ ਕੁਐਸਚਨ ਸੀਗਾ ਲੈਮਡਾ ਜਿਹੜਾ ਉਹ ਡਿਕੇ ਕਾਂਸਟੈਂਟ ਹੈ, ਤੇ ਡਿਕੇ ਕਾਂਸਟੈਂਟ ਦੀ ਡੈਫੀਨੇਸ਼ਨ ਪੁੱਛੀ ਗਈ ਹੈ। ਠੀਕ ਹੈ, ਇਹ ਵੀ ਬਹੁਤ ਇੰਪੋਰਟੈਂਟ ਹੈ ਜੀ। ਰੇਡੀਓ ਐਕਟਿਵ ਡਿਕੇ ਲਾ ਦੇਖੋ ਵਾਰ-ਵਾਰ ਰਿਪੀਟ ਹੋ ਰਿਹਾ। ਠੀਕ ਹੈ, ਤੇ ਰੇਡੀਓ ਐਕਟਿਵ ਡਿਕੇ ਲਾ ਕਰਕੇ ਜਾਇਆ ਜੇ। ਉਸ ਤੋਂ ਬਾਅਦ ਜੀ ਰਦਰਫੋਰਡ ਅਟੋਮਿਕ ਮਾਡਲ ਜਿਹੜਾ ਬਹੁਤ ਇੰਪੋਰਟੈਂਟ ਹੈ। ਰਦਰਫੋਰਡ ਮਾਡਲ ਦੀਆਂ ਕੀ ਆਬਜ਼ਰਵੇਸ਼ਨਸ ਸੀਗੀਆਂ, ਕੀ ਉਸ ਦੀਆਂ ਕਨਕਲੂਜਨਸ ਸੀਗੇ, ਤੇ ਇਹਨਾਂ ਨੇ ਇਕੱਲੇ ਇੱਥੇ ਡਰਾਬੈਕ ਪੁੱਛੇ ਗਏ ਆ। ਦੇਖੋ ਤਾਂ ਤਿੰਨ ਚੀਜ਼ਾਂ ਰਦਰਫੋਰਡ ਮਾਡਲ ਦੀਆਂ, ਮਤਲਬ ਜੋ ਉਸਦੇ ਆਬਜ਼ਰਵੇਸ਼ਨਸ, ਕਨਕਲੂਜਨਸ ਤੇ ਡਰਾਬੈਕਸ ਤਾਂ ਚਲੋ ਇੱਥੇ ਇਹਨਾਂ ਨੇ ਪੁੱਛੀਆਂ ਹੀ ਹੋਈਆਂ ਜੀ। ਤੇ ਇਹ ਵੀ ਜਿਹੜਾ ਕਰਕੇ ਜਾਇਆ ਜੇ। ਤੇ ਇੱਕ ਬਾਈਂਡਿੰਗ એનર્ਜੀ ਜਿਹੜੀ ਹੈ ਉਹ ਬਹੁਤ ਇੰਪੋਰਟੈਂਟ ਹੈ, ਬਾਈਂਡਿੰਗ એનર્ਜੀ ਤੇ ਮਾਸ ਡਿਫੈਕਟ। ਠੀਕ ਹੈ, ਤਾਂ ਬਾਈਂਡਿੰਗ એનર્ਜੀ ਨਾਲ ਰਿਲੇਟਡ ਕੁਐਸਚਨ ਜਿਹੜਾ ਉਹ ਪੁੱਛਿਆ ਜਾ ਸਕਦਾ ਹੈ। ਤੇ ਸ਼ਾਰਟ ਆਨਸਰ ਦੇ ਵਿੱਚ ਇੱਕ ਹੀ ਕੁਐਸਚਨ ਮੋਸਟ ਇੰਪੋਰਟੈਂਟ ਹੈ ਜੀ, 1 AMU ਦੀ ਵੈਲਿਊ। ਠੀਕ ਹੈ, ਕਿਉਂਕਿ AMU ਫਸਟ ਯੂਨਿਟ ਦੇ ਵਿੱਚ ਵੀ ਆ ਸਕਦਾ ਹੈ, ਤਾਂ ਇਹ ਵੈਲਿਊ ਜਿਹੜੀ ਤੁਸੀਂ ਯਾਦ ਰੱਖਣੀ ਹੈ। ਇੱਥੇ ਯੈਸ ਨੋ ਟਾਈਪ ਦੇ ਵਿੱਚ ਕੁਐਸਚਨ ਪੁੱਛਿਆ ਗਿਆ ਹੈ। ਠੀਕ ਹੈ, ਤਾਂ kg ਹੁੰਦੀ ਹੈ ਜੀ। ਠੀਕ ਹੈ, ਇੱਥੇ ਆਨਸਰ ਨੋ ਆਏਗਾ ਕਿਉਂਕਿ ਕਿਲੋਗ੍ਰਾਮ ਹੁੰਦੀ ਹੈ, ਉਹਦੀ ਜਿਹੜੀ ਸਹੀ ਵੈਲਿਊ ਹੈ ਉਹ 1.67 into 10 raised to power minus 27 kg ਹੁੰਦੀ ਹੈ। ਠੀਕ ਹੈ, ਉਸ ਤੋਂ ਬਾਅਦ ਜੀ ਆਹ ਕੁਐਸਚਨ ਪੁੱਛਿਆ ਜਾ ਸਕਦਾ ਹੈ, ਜਿਵੇਂ ਪਾਸਚਨ ਸੀਰੀਜ਼ ਦਾ ਤੇ ਕੁਐਸਚਨ ਪੁੱਛਿਆ ਗਿਆ ਹੈ ਕਿ એનર્ਜੀ ਕਿੰਦੇ ਵਿੱਚ ਲਾਈ ਕਰਦੀ ਹੈ, ਕਿਹੜੇ ਰੀਜਨ ਦੇ ਵਿੱਚ ਲਾਈ ਕਰਦੀ ਹੈ। ਤੇ ਇਸੇ ਤਰ੍ਹਾਂ ਸਾਡੇ ਕੋਲ 5 ਸੀਰੀਜ਼ ਸੀਗੀਆਂ। ਠੀਕ ਹੈ ਜੀ, ਲਾਈਮਨ ਸੀਰੀਜ਼, ਬਾਲਮਰ ਸੀਰੀਜ਼ ਤੇ ਪਾਸਚਨ ਸੀਰੀਜ਼, ਬ੍ਰੈਕਟ ਸੀਰੀਜ਼ ਤੇ ਪਫਰਨਡ ਸੀਰੀਜ਼। ਠੀਕ ਹੈ, ਤੇ ਤੁਸੀਂ ਯਾਦ ਰੱਖਣੀ ਹੈ। ਤੇ ਇਹਨਾਂ ਦੀਆਂ ਜਿਹੜੀਆਂ એનર્ਜੀਜ਼ ਹੈ ਉਹ ਕਿੰਦੇ ਕਿੰਦੇ ਵਿੱਚ ਲਾਈ ਕਰਦੀਆਂ। ਲਾਈਮਨ ਦੀ ਅਲਟਰਾਵਾਇਲਟ 'ਚ ਕਰਦੀ ਹੈ, ਬਾਲਮਰ ਦੀ ਵਿਜ਼ੀਬਲ 'ਚ ਕਰਦੀ ਹੈ, ਪਾਸਚਨ ਬ੍ਰੈਕਟ ਪਫਰਨਡ ਦੀ ਇਨਫਰਾਰੈਡ ਦੇ ਵਿੱਚ ਕਰਦੀ ਹੈ। ਠੀਕ ਹੈ ਜੀ, ਇਹ ਤਿੰਨੋਂ ਸੀਰੀਜ਼ ਜਿਹੜੀਆਂ ਇਨਫਰਾਰੈਡ ਦੇ ਵਿੱਚ ਕਰਦੀਆਂ, ਤੇ ਅਸੀਂ ਬ੍ਰੈਕਟ ਤੇ ਪਫਰਨਡ ਸੀਰੀਜ਼ ਨੂੰ ਤਾਂ ਇਹ ਕਹਿ ਸਕਦੇ ਹਾਂ ਕਿ ਇਹ ਫਾਰ ਇਨਫਰਾਰੈਡ ਦੇ ਵਿੱਚ ਕਰਦੀਆਂ, ਤਾਂ ਇਨਫਰਾਰੈਡ ਦੇ ਵਿੱਚ ਇਹਦੀ એનર્ਜੀ ਲਾਈ ਕਰਦੀ ਹੈ, ਤੇ ਬਹੁਤ ਇੰਪੋਰਟੈਂਟ ਹੈ। ਉਸ ਤੋਂ ਬਾਅਦ ਜਿਹੜਾ ਇੰਪੋਰਟੈਂਟ ਕੁਐਸਚਨ ਬਣਦਾ ਜੀ ਉਹ ਡਿਕੇ ਤੇ ਬਣਦਾ ਹੈ। ਅਲਫਾ ਡਿਕੇ ਕੀ ਹੈ? ਠੀਕ ਹੈ, ਅਲਫਾ ਡਿਕੇ ਮਤਲਬ ਜਦੋਂ ਅਲਫਾ ਪਾਰਟੀਕਲ ਐਮਿਟ ਹੁੰਦਾ ਹੈ, ਵੈਨ ਅਲਫਾ ਪਾਰਟੀਕਲ ਇਜ਼ emitted from the nucleus, that is called alpha decay। ਤੇ ਇਸ ਦਾ ਰਿਐਕਸ਼ਨ ਤੁਸੀਂ ਯਾਦ ਰੱਖਣਾ ਹੈ ਕਿ ਅਸੀਂ ਇੱਕ ਨਿਊਕਲੀਅਸ ਲੈ ਰਹੇ ਹਾਂ ਜਿਸ ਦਾ x ਨਿਊਕਲੀਅਸ ਲੈ ਰਹੇ ਹਾਂ ZXA, ਤਾਂ ਉਹ ਕਾਹਦੇ ਵਿੱਚ ਚੇਂਜ ਹੋ ਜਾਂਦਾ ਹੈ Z-2। ਠੀਕ ਹੈ, ਨਿਊਕਲੀਅਸ ਚੇਂਜ ਹੋ ਗਿਆ ਜੀ YA-4 ਪਲੱਸ ਅਲਫਾ ਪਾਰਟੀਕਲ ਐਮਿਟ ਹੁੰਦਾ ਜੀ। ਅਲਫਾ ਪਾਰਟੀਕਲ ਕੀ ਹੁੰਦਾ ਉਹ ਵੀ ਲਿਖ ਸਕਦੇ ਹੋ ਜੀ 2He4 ਪਲੱਸ એનર્ਜੀ ਐਮਿਟ ਹੁੰਦੀ ਹੈ ਜੀ। ਤਾਂ એનર્ਜੀ ਨੂੰ ਅਸੀਂ Q ਜਾਂ E ਦੇ ਨਾਲ ਰਿਪਰੈਜ਼ੈਂਟ ਕਰ ਸਕਦੇ ਹਾਂ। ਇਹ ਅਲਫਾ ਡਿਕੇ ਹੈ। ਇਸੇ ਤਰੀਕੇ ਨਾਲ ਹੀ ਬੀਟਾ ਡਿਕੇ, ਠੀਕ ਹੈ, ਤੇ ਗਾਮਾ ਡਿਕੇ ਇਹ ਪੁੱਛਿਆ ਜਾ ਸਕਦਾ ਹੈ। ਤਾਂ ਤੁਸੀਂ ਜਿਹੜਾ ਪਾਰਟੀਕਲ ਐਮਿਟ ਹੋ ਰਿਹਾ ਹੈ ਤਾਂ ਉਹ ਉਸ ਡਿਕੇ ਨਾਲ ਰਿਲੇਟਡ ਹੈ, ਉਹਦਾ ਰਿਐਕਸ਼ਨ ਲਿਖੋ ਤੇ ਇੱਕ ਐਗਜ਼ਾਮਪਲ ਯਾਦ ਰੱਖੋ। ਆਇਓਨਾਈਜੇਸ਼ਨ ਪੋਟੈਂਸ਼ੀਅਲ ਜਾਂ ਐਕਸਾਈਟੇਸ਼ਨ ਪੋਟੈਂਸ਼ੀਅਲ, ਆਇਓਨਾਈਜੇਸ਼ਨ એનર્ਜੀ, ਐਕਸਾਈਟੇਸ਼ਨ એનર્ਜੀ, ਇਹਨਾਂ ਦੇ ਬੇਸਡ ਕੁਐਸਚਨ ਪੁੱਛਿਆ ਜਾ ਸਕਦਾ ਹੈ। ਬਟ ਜੇ ਅਸੀਂ ਫਿਰ ਦੇਖੀਏ ਕਿ ਮੋਸਟ ਇੰਪੋਰਟੈਂਟ ਕੀ ਹੈ, ਤਾਂ ਮੋਸਟ ਇੰਪੋਰਟੈਂਟ ਇਹਦੇ ਵਿੱਚ ਹੈ ਜੀ ਰਦਰਫੋਰਡ ਮਾਡਲ, ਬੋਹਰ ਮਾਡਲ, ਨਿਊਕਲੀਅਰ ਫੋਰਸਿਸ, ਠੀਕ ਹੈ, ਤੇ ਰੇਡੀਓ ਐਕਟਿਵ ਡਿਕੇ ਲਾ ਤੇ ਬਾਈਂਡਿੰਗ એનર્ਜੀ। ਤੇ ਇਹਨਾਂ ਪੰਜਾਂ ਚੋਂ ਕੁਐਸਚਨ ਜਿਹੜਾ ਪੁੱਛਿਆ ਗਿਆ। ਠੀਕ ਹੈ ਜੀ, ਯੂਨਿਟ 9 ਦੇ ਵਿੱਚੋਂ ਵੀ ਦੇਖੋ ਟੋਟਲ 7 ਮਾਰਕਸ ਦਾ ਪੇਪਰ ਜਿਹੜਾ ਉਹ ਪੁੱਛਿਆ ਜਾਣਾ, ਤੇ ਇਹਦੇ ਵਿੱਚ 4 ਕੁਐਸਚਨ ਜਿਹੜੇ ਆ ਉਹ ਇੱਕ ਨੰਬਰ ਦੇ ਹੋਣਗੇ, ਤੇ ਇੱਕ ਕੁਐਸਚਨ ਜਿਹੜਾ ਉਹ 3 ਨੰਬਰ ਦਾ ਹੋਏਗਾ, 3 ਮਾਰਕਸ ਦਾ ਹੋਏਗਾ। ਤੇ ਇਹਦੇ ਵਿੱਚੋਂ ਜੇ ਅਸੀਂ ਦੇਖੀਏ ਤਾਂ ਡੋਪਿੰਗ ਬਹੁਤ ਇੰਪੋਰਟੈਂਟ ਹੈ ਜੀ। ਵਟ ਇਜ਼ ਡੋਪਿੰਗ? ਠੀਕ ਹੈ, ਤਾਂ ਡੋਪਿੰਗ ਮਤਲਬ ਉਹਦੇ ਵਿੱਚ ਜੋ ਅਸੀਂ ਇੰਪਿਓਰਿਟੀ ਐਡ ਕਰਦੇ ਹਾਂ ਤਾਂ ਕਿਹੜਾ ਸੈਮੀਕੰਡਕਟਰ ਬਣ ਜਾਂਦਾ, ਐਕਸਟ੍ਰਿੰਸਿਕ ਸੈਮੀਕੰਡਕਟਰ ਬਣ ਜਾਂਦਾ ਜੀ। ਠੀਕ ਹੈ, ਫਿਰ ਪੀ ਟਾਈਪ ਬਣਾਉਣ ਲਈ ਕਿਸ ਤਰ੍ਹਾਂ ਦੀ ਇਹਦੇ ਵਿੱਚ ਇੰਪਿਓਰਿਟੀ ਐਡ ਕਰਦੇ ਆ, ਤਾਂ ਉਹ ਕਹਿੰਦਾ ਇੰਡੀਅਮ ਐਡ ਕਰਦੇ ਆ ਜੀ। ਟਰੂ ਹੈ ਕਿ ਫਾਲਸ ਹੈ? ਇਹ ਟਰੂ ਹੈ ਜੀ। ਹੋਲ ਦੇ ਕਰੈਕਟਰਿਸਟਿਕਸ ਦੱਸੋ ਜੀ, ਇਹ ਲਾਸਟ ਈਅਰ ਪੁੱਛਿਆ ਗਿਆ ਹੈ, ਬਹੁਤ ਇੰਪੋਰਟੈਂਟ ਹੈ ਕੁਐਸਚਨ ਹੈ। ਸਭ ਤੋਂ ਇੰਪੋਰਟੈਂਟ ਜੇ ਅਸੀਂ ਇਸ ਯੂਨਿਟ ਦੇ ਵਿੱਚ ਦੇਖੀਏ ਤਾਂ ਜ਼ੀਨਰ ਡਾਇਓਡ ਹੈ ਜੀ। ਠੀਕ ਹੈ, ਇਟ ਇਜ਼ ਮੋਸਟ ਇੰਪੋਰਟੈਂਟ, ਜਿਹਦੇ ਪੁੱਛੇ ਜਾਣ ਦੀ ਸੰਭਾਵਨਾ ਜ਼ਿਆਦਾ ਹੈ। ਜਾਂ ਜਿਹੜਾ ਵੋਲਟੇਜ ਰੈਗੂਲੇਟਰ ਇਹ ਕਿਵੇਂ ਕੰਮ ਕਰਦਾ ਹੈ। ਠੀਕ ਹੈ, ਜੇ ਅਸੀਂ ਇਸ ਤੋਂ ਪਹਿਲਾਂ ਵਾਲੇ ਸੈਕਸ਼ਨ ਦੇ ਵਿੱਚ ਆਈਏ ਤਾਂ ਦਿਸ ਕੁਐਸਚਨ ਇਜ਼ ਮੋਸਟ ਇੰਪੋਰਟੈਂਟ, ਜਿਹੜਾ ਕਿ ਲਗਭਗ ਪੁੱਛਿਆ ਜਾਵੇਗਾ ਕਿ ਐਨ ਟਾਈਪ ਤੇ ਪੀ ਟਾਈਪ ਸੈਮੀਕੰਡਕਟਰ ਦੇ ਵਿੱਚ ਡਿਫਰੈਂਸ ਦੱਸੋ, ਜਾਂ ਇੰਟ੍ਰਿੰਸਿਕ ਤੇ ਐਕਸਟ੍ਰਿੰਸਿਕ ਸੈਮੀਕੰਡਕਟਰ ਦੇ ਵਿੱਚ ਡਿਫਰੈਂਸ ਦੱਸੋ। ਮੋਸਟ ਇੰਪੋਰਟੈਂਟ। ਠੀਕ ਹੈ, ਇਹ ਕੁਐਸਚਨ ਤੁਸੀਂ ਕਿਸੇ ਵੀ ਹਾਲਤ ਦੇ ਵਿੱਚ ਭੁੱਲ ਕੇ ਨਹੀਂ ਜਾਣਗੇ। ਠੀਕ ਹੈ, ਇਹ ਕੁਐਸਚਨ ਜ਼ਰੂਰ ਕਰਨੇ ਹੈ।
ਪੀ ਟਾਈਪ ਤੇ ਐਨ ਟਾਈਪ ਦੇ ਵਿੱਚ ਇੱਕ ਜਿਹੜਾ ਕੁਐਸਚਨ ਹੈ ਇੱਥੇ ਮਿਸਿੰਗ ਹੈ ਜਿਹੜਾ ਉਹ ਹੈ ਜੀ ਡਿਫਰੈਂਸ ਬਿਟਵੀਨ ਕੰਡਕਟਰਸ ਇਨਸੂਲੇਟਰਸ ਐਂਡ ਸੈਮੀਕੰਡਕਟਰਸ ਬੇਸਡ ਔਨ देयर એનર્ਜੀ ਬੈਂਡ ਗੈਪ। ਤੇ એનર્ਜੀ ਬੈਂਡ ਗੈਪ ਤੇ ਬੇਸਡ ਅਸੀਂ ਕੰਡਕਟਰਸ ਸੈਮੀਕੰਡਕਟਰਸ ਤੇ ਇਨਸੂਲੇਟਰਸ ਨੂੰ ਡਿਫਰੈਂਸ਼ੀਏਟ ਕਰਨਾ ਹੈ। ਜਿਹੜੇ ਕੰਡਕਟਰਸ ਹੈ ਉਹਨਾਂ ਦੇ ਵਿੱਚ ਕੋਈ એનર્ਜੀ ਬੈਂਡ ਗੈਪ ਨਹੀਂ ਹੁੰਦਾ, ਸੈਮੀਕੰਡਕਟਰਸ ਦੇ ਵਿੱਚ ਜੋ એનર્ਜੀ ਬੈਂਡ ਗੈਪ ਹੈ ਲੈਸ ਦੈਨ 3 ਇਲੈਕਟ੍ਰੋਨ ਵੋਲਟ ਹੁੰਦਾ ਜੀ, ਤੇ ਜੋ ਇਨਸੂਲੇਟਰਸ ਆ ਉਹਨਾਂ ਵਿੱਚ 3 ਇਲੈਕਟ੍ਰੋਨ ਵੋਲਟ ਤੋਂ ਜ਼ਿਆਦਾ ਦਾ એનર્ਜੀ ਬੈਂਡ ਗੈਪ ਹੁੰਦਾ। ਤੇ એનર્ਜੀ ਬੈਂਡ ਗੈਪ ਨੂੰ ਡਿਫਾਈਨ ਕਰਨਾ। ਤੇ ਜੇ ਅਸੀਂ ਦੇਖੀਏ ਜੀ ਲੌਂਗ ਆਨਸਰ ਟਾਈਪ ਦੇ ਵਿੱਚ ਤਾਂ ਰੈਕਟੀਫਾਇਰ ਜਿਹੜਾ ਮੋਸਟ ਇੰਪੋਰਟੈਂਟ ਹੈ। ਤਾਂ ਰੈਕਟੀਫਾਇਰ ਹੁਣ ਕਿਉਂਕਿ ਅੱਗੇ ਪਹਿਲਾਂ 5 ਮਾਰਕਸ ਦੇ ਵਿੱਚ ਆਉਂਦਾ ਸੀ, ਠੀਕ ਹੈ, ਤਾਂ ਹੁਣ ਇਹਦੇ ਵਿੱਚੋਂ 5 ਮਾਰਕਸ ਦਾ ਕੁਐਸਚਨ ਤਾਂ ਆਣਾ ਹੀ ਨਹੀਂ, ਕ੍ਰਾਸ ਹੋ ਗਿਆ, ਤਾਂ 3 ਮਾਰਕਸ ਦੇ ਵਿੱਚ ਆਏਗਾ। ਤਾਂ 3 ਮਾਰਕਸ ਦੇ ਵਿੱਚ ਰੈਕਟੀਫਾਇਰ ਨੂੰ ਅਟੈਂਪਟ ਕਰਨਾ ਹੋਰ ਈਜ਼ੀ ਹੈ, ਠੀਕ ਹੈ। ਪੇਪਰ ਦੇ ਵਿੱਚ ਪ੍ਰਿੰਸੀਪਲ ਪੁੱਛਿਆ ਜਾਏਗਾ, ਕੰਸਟਰਕਸ਼ਨ ਤੇ ਵਰਕਿੰਗ। ਤੇ ਜੇ ਉਹ ਪ੍ਰਿੰਸੀਪਲ ਪੁੱਛਿਆ ਜਾਂਦਾ ਤਾਂ ਪ੍ਰਿੰਸੀਪਲ ਤਾਂ ਬਹੁਤ ਈਜ਼ੀ ਹੈ ਕਿ ਡਾਇਓਡ ਜਿਹੜਾ ਫਾਰਵਰਡ ਬਾਇਸ ਦੇ ਵਿੱਚ ਕੰਡਕਟ ਕਰਦਾ ਤੇ ਰਿਵਰਸ ਬਾਇਸ ਦੇ ਵਿੱਚ ਕੰਡਕਟ ਨਹੀਂ ਕਰਦਾ। ਵੈਰੀ ਈਜ਼ੀ। ਡਾਇਗਰਾਮ ਬਣਾਓ, ਉਹਦੇ ਵਿੱਚ ਕੰਸਟਰਕਸ਼ਨ ਆ ਜਾਏਗੀ, ਵਰਕਿੰਗ ਨੂੰ ਐਕਸਪਲੇਨ ਕਰੋ, ਬਹੁਤ ਈਜ਼ੀ ਹੈ ਜੀ। ਬਾਕੀ ਕੁਐਸਚਨ ਬਚਦਾ ਹੈ ਜੀ ਉਹ ਪੀ ਐਨ ਜੰਕਸ਼ਨ ਡਾਇਓਡ ਦਾ ਬਚਦਾ ਜੀ, ਉਸਨੂੰ ਫਾਰਵਰਡ ਬਾਇਸ ਕਰਨਾ ਜਾਂ ਉਸਨੂੰ ਰਿਵਰਸ ਬਾਇਸ ਕਰਨਾ। ਤਾਂ ਉਸਦੇ VI ਕਰੈਕਟਰਿਸਟਿਕਸ ਜਿਹੜੇ ਹੈ ਫਾਰਵਰਡ ਬਾਇਸ ਦੇ ਵਿੱਚ ਜਾਂ ਰਿਵਰਸ ਬਾਇਸ ਦੇ ਵਿੱਚ ਬਹੁਤ ਈਜ਼ੀ ਹੈ, ਉਹਨਾਂ ਦੇ ਗ੍ਰਾਫਸ ਜਿਹੜੇ ਹੈ, ਠੀਕ ਹੈ। ਐਕਸਟ੍ਰਿੰਸਿਕ ਸੈਮੀਕੰਡਕਟਰ ਕਿਸ ਤਰ੍ਹਾਂ ਫਾਰਮ ਹੁੰਦਾ ਜੀ ਪੀ ਟਾਈਪ ਦੇ ਵਿੱਚ, ਪੀ ਟਾਈਪ ਲਈ ਕੀ ਐਡ ਕਰਨਾ ਪਏਗਾ, ਕਿਹੜੀ ਟਾਈਪ ਦੀ ਇੰਪਿਓਰਿਟੀ ਐਡ ਕਰਨੀ ਪਏਗੀ, ਜਿਵੇਂ ਇੰਡੀਅਮ ਐਡ ਕਰਦੇ ਆ ਜਾਂ ਗੈਲੀਅਮ ਐਡ ਕਰਦੇ ਆ। ਐਨ ਟਾਈਪ ਬਣਾਉਣ ਲਈ ਕਿਸ ਤਰ੍ਹਾਂ ਦੀ ਇੰਪਿਓਰਿਟੀ ਐਡ ਕਰਨੀ ਪਏਗੀ, ਠੀਕ ਹੈ ਜੀ। ਅਸੀਂ ਐਨ ਟਾਈਪ ਸੈਮੀਕੰਡਕਟਰ ਫਾਰਮ ਕਰਨਾ ਹੈ ਤਾਂ ਐਨ ਟਾਈਪ ਲਈ ਅਸੀਂ ਆਰਸੈਨਿਕ ਐਡ ਕਰਦੇ ਹਾਂ ਜੀ, ਠੀਕ ਹੈ, ਜਾਂ ਫਾਸਫੋਰਸ ਐਡ ਕਰਦੇ ਹਾਂ ਜਿਸ ਨੂੰ ਅਸੀਂ ਪੈਂਟਾਵੇਲੈਂਟ ਇੰਪਿਓਰਿਟੀ ਕਹਿ ਦਿੰਦੇ ਹਾਂ ਜੀ। ਡੋਪਿੰਗ ਦੀ ਡੈਫੀਨੇਸ਼ਨ ਬਹੁਤ ਇੰਪੋਰਟੈਂਟ ਹੈ, ਠੀਕ ਹੈ। ਤਾਂ ਇਹ ਜਿਹੜਾ ਤੁਹਾਨੂੰ ਮੈਂ ਕੁਐਸਚਨਸ ਦੱਸੇ ਆ, ਇਸੇ ਤਰ੍ਹਾਂ ਹੀ 1 ਇਲੈਕਟ੍ਰੋਨ ਵੋਲਟ ਦੀ ਜਿਹੜੀ ਵੈਲਿਊ ਹੈ ਉਹ ਬਹੁਤ ਇੰਪੋਰਟੈਂਟ ਹੈ। 1 ਇਲੈਕਟ੍ਰੋਨ ਵੋਲਟ ਹੁੰਦਾ ਜੀ 1.6 into 10⁻⁻19 ਜਾਊਲ, ਠੀਕ ਹੈ ਜੀ। ਜਾਂ 1 AMU ਕਿੰਨੀ એનર્ਜੀ ਦੇ ਇਕੁਇਵਲੈਂਟ ਹੁੰਦਾ ਹੈ, ਤਾਂ 1 AMU ਇਕੁਇਵਲੈਂਟ ਹੁੰਦਾ ਜੀ 931 MEV ਦੇ ਇਕੁਇਵਲੈਂਟ ਹੁੰਦਾ ਹੈ, ਮਿਲੀਅਨ ਇਲੈਕਟ੍ਰੋਨ ਵੋਲਟ, ਠੀਕ ਹੈ। ਤਾਂ ਇਹ ਕੁਐਸਚਨ ਬਹੁਤ ਇੰਪੋਰਟੈਂਟ ਹੈ ਜੀ। ਅਲਫਾ ਬੀਟਾ ਤੇ ਗਾਮਾ ਜਿਹੜੇ ਹੈ ਇਹਨਾਂ ਨੂੰ ਪਾਸ ਕੀਤਾ ਗਿਆ ਹੈ ਮੈਗਨੈਟਿਕ ਫੀਲਡ ਦੇ ਵਿੱਚੋਂ, ਠੀਕ ਹੈ। ਤੇ ਕਿਹੜਾ ਇਫੈਕਟ ਨਹੀਂ ਹੋਏਗਾ, ਕਿਉਂਕਿ ਗਾਮਾ ਦੇ ਉੱਪਰ ਕੋਈ ਚਾਰਜ ਨਹੀਂ ਹੈ ਤਾਂ ਗਾਮਾ ਨਾ ਤਾਂ ਇਲੈਕਟ੍ਰਿਕ ਫੀਲਡ ਤੋਂ ਇਫੈਕਟ ਹੋਏਗਾ ਨਾ ਹੀ ਮੈਗਨੈਟਿਕ ਫੀਲਡ ਤੋਂ ਇਫੈਕਟ ਹੋਏਗਾ, ਠੀਕ ਹੈ। ਜਾਂ ਇੱਥੇ ਇਹ ਵੀ ਕਿਹਾ ਜਾ ਸਕਦਾ ਕਿ ਫੋਟੋਨਸ ਪਾਸ ਕਰ ਰਹੇ ਹੈ ਥਰੂ ਦਾ ਇਲੈਕਟ੍ਰਿਕ ਐਂਡ ਮੈਗਨੈਟਿਕ ਫੀਲਡ, ਤਾਂ ਫੋਟੋਨ ਵੀ ਡਿਫਲੈਕਟ ਨਹੀਂ ਹੋਣਗੇ, ਠੀਕ ਹੈ। ਅਲਫਾ ਤੇ ਬੀਟਾ ਪਾਰਟੀਕਲ ਜਿਹੜੇ ਡਿਫਲੈਕਟ ਹੋਣਗੇ ਕਿਉਂਕਿ ਉਹਨਾਂ ਤੇ ਚਾਰਜ ਹੈ, ਉਹ ਇਲੈਕਟ੍ਰਿਕ ਫੀਲਡ ਨਾਲ ਜਾਂ ਮੈਗਨੈਟਿਕ ਫੀਲਡ ਨਾਲ ਇਫੈਕਟ ਹੋਣਗੇ। ਇਹਨਾਂ ਤਿੰਨਾਂ ਦੇ ਵਿੱਚੋਂ ਦੇਖੋ ਜੀ 7 7 ਤੇ 5 ਪੂਰਾ 19 ਮਾਰਕਸ ਦਾ ਪੇਪਰ ਇਹਦੇ ਵਿੱਚੋਂ ਪੁੱਛਿਆ ਜਾਣਾ ਹੈ। ਆਈ ਹੋਪ ਕਿ ਇਹ ਕੁਐਸਚਨਸ ਤੁਹਾਨੂੰ ਹੈਲਪ ਕਰਨਗੇ, ਠੀਕ ਹੈ। ਤਾਂ ਯੂਨਿਟ 7 ਦੇ ਵਿੱਚ ਇੱਕ ਹੋਰ ਕੁਐਸਚਨ ਹੈ ਜਿਹੜਾ ਇੰਪੋਰਟੈਂਟ ਹੈ, ਉਹ ਹੈ ਜੀ ਆਇਨਸਟਾਈਨ ਫੋਟੋ ਇਲੈਕਟ੍ਰਿਕ ਇਕੁਏਸ਼ਨ। ਫੋਟੋ ਇਲੈਕਟ੍ਰਿਕ ਇਫੈਕਟ ਨੂੰ ਇੱਕ ਇਕੁਏਸ਼ਨ ਨਾਲ ਅਸੀਂ ਐਕਸਪਲੇਨ ਕਰਦੇ ਹਾਂ। तो क्वेश्चन ਜਿਹੜਾ ਹੈ ਬਹੁਤ ਇੰਪੋਰਟੈਂਟ ਹੈ, ਇੱਥੇ ਪੁੱਛਿਆ ਵੀ ਗਿਆ ਫਰੋਮ ਆਇਨਸਟਾਈਨ ਫੋਟੋ ਇਲੈਕਟ੍ਰਿਕ ਇਕੁਏਸ਼ਨ, ਠੀਕ ਹੈ। ਇਹ ਇਕੁਏਸ਼ਨ ਹੈ ਜੀ h nu is equal to h nu naught plus kinetic energy ਜੋ ਇਲੈਕਟ੍ਰੋਨ ਦੀ ਹੈ ਮੈਕਸਿਮਮ। ਤੇ ਇਹ ਕੁਝ ਕੁਐਸਚਨ ਸੀਗੇ ਜੀ ਯੂਨਿਟ 7 ਯੂਨਿਟ 8 ਤੇ ਯੂਨਿਟ 9 ਦੇ ਵਿੱਚੋਂ। ਆਈ ਹੋਪ ਕਿ ਤੁਹਾਨੂੰ ਇਹ ਕੁਐਸਚਨ ਤੁਸੀਂ ਇਹ ਕੁਐਸਚਨ ਜਿਹੜੇ ਆ ਕਰਕੇ ਜਾਓਗੇ, ਠੀਕ ਹੈ। ਸੋ ਆਲ ਦਾ ਬੈਸਟ, ਹੈਵ ਅ ਨਾਈਸ ਡੇ।